ਅਸੀਂ ਡਗਾਣਾ ਰੋਡ ਤੇ ਆਏ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਡਗਾਣਾ ਰੋਡ ਲਫ਼ਜ਼ ਮੈਂ ਬੋਲਿਆ ਹੈਗਾ, ਰੋਡ ਦਾ ਮਤਲਬ ਹੁੰਦਾ ਹੈਗਾ ਸੜਕ। ਹੁਣ ਸੜਕ ਕਿੱਥੇ ਹੈਗੀ ਆ ਉਹ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੜਕ ਆ ਜੀ, ਜਿੱਥੇ ਆ ਸਾਰੇ ਜਿੱਥੋਂ ਗੱਡੀਆਂ ਲੰਘਦੀਆਂ ਨੇ, ਮੋਟਰਸਾਈਕਲ ਕਾਰਾਂ ਲੰਘਦੇ ਨੇ, ਜਿੱਥੋਂ ਲੋਕ ਲੰਘਦੇ ਹੈਗੇ ਆ, ਮੇਨ ਰੋਡ ਹੈਗਾ ਜੀ। ਆਹ ਸੜਕ ਲੱਭਿਆ ਨਹੀਂ ਲੱਭਦੀ ਹੈਗੀ। ਆਹ ਸ਼ਖਸ ਹੈਗੇ ਨੇ ਹੈਂਡੀਕੈਪ ਨੇ, ਔਰ ਇਸ ਤਰੀਕੇ ਨਾਲ ਇਹਨਾਂ ਨੇ ਸੜਕ ਤੋਂ ਲੰਘ ਕੇ ਜਾਣਾ ਹੁੰਦਾ ਹੈਗਾ। ਇੱਥੇ ਇਲਾਕੇ 'ਚ ਰਹਿੰਦੇ ਹੈਗੇ ਆ। ਸੋ ਤੁਸੀਂ ਦੱਸੋ ਕਿੱਦਾਂ ਲੰਘ ਕੇ ਜਾਣਗੇ? ਇਹਨਾਂ ਦੀ ਜਿਹੜੀ ਵੀਲ ਚੇਅਰ ਹੈਗੀ ਆ, ਇੱਦਾਂ ਦੇ ਸੜਕ, ਇੱਦਾਂ ਦੇ ਰਾਹ ਦੇ ਵਿੱਚੋਂ ਕਿੱਦਾਂ ਲੰਘ ਕੇ ਜਾਊਗੀ? ਸੜਕ ਲਫ਼ਜ਼ ਮੇਰੇ ਮੂੰਹ 'ਚੋਂ ਬਾਰ-ਬਾਰ ਨਿਕਲ ਹੁੰਦਾ। ਨਾ ਪੁੱਛੋ ਵੀ ਅਸੀਂ ਟੈਕਸ ਨਹੀਂ ਦਿੰਦੇ, ਰੋਡ ਟੈਕਸ ਨਹੀਂ ਦਿੰਦੇ, ਬਿਜਲੀ ਬਿੱਲ ਨਹੀਂ ਦਿੰਦੇ, ਜਾਂ ਉਸ ਹਾਊਸ ਟੈਕਸ ਨਹੀਂ ਦਿੰਦੇ, ਪ੍ਰਾਊਡ ਟੈਕਸ ਨਹੀਂ ਦਿੰਦੇ। ਅਸੀਂ ਹਰ ਸਾਲ ਪ੍ਰਾਊਡ ਟੈਕਸ ਦਿੰਦੇ ਆ। ਸਾਡਾ ਵਾਰਡ ਐਡਾ ਵੱਡਾ ਨਾ, ਜੇ ਮੈਂ 1 ਸਾਲ ਦਾ ਪ੍ਰਾਊਡ ਟੈਕਸ ਹੀ ਇੱਥੇ ਲਾਉਣ ਦਾ, ਉਹ ਵੀ 2 ਗੁਣਾ ਪੈਸੇ ਹੋ ਜਾਣੇ ਆ। ਤੇ ਨਗਰ ਨਿਗਮ ਹੈਗਾ, ਚਾਹੇ ਇੱਥੋਂ ਇਲਾਕੇ ਦੇ MLA ਹੈਗੇ ਨੇ ਸ਼ਾਮ ਸੁੰਦਰ ਅਰੋੜਾ ਜੀ, ਜਾਂ ਹੋਰ ਜਿਹੜੇ ਵੀ ਜ਼ਿੰਮੇਵਾਰ ਲੋਕ ਹੈਗੇ ਨੇ, ਉਹ ਜ਼ਰੂਰ ਇਸ ਪਾਸੇ ਧਿਆਨ ਕਰਨ। ਕਿਉਂਕਿ ਆ ਜਿਹੜੀ ਸੜਕ ਮੈਂ ਬਾਰ-ਬਾਰ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ ਕਿ ਸੜਕ ਇੱਥੇ ਹੈ ਨਹੀਂ, ਇਹ ਰਾਹ ਆ, ਸੜਕ ਇੱਥੇ ਲੱਭਿਆ ਨਹੀਂ ਲੱਭਦੀ ਹੈਗੀ। ਸੋ ਤੁਸੀਂ ਦੇਖ ਸਕਦੇ ਆ ਬੀਬੀਆਂ ਵੱਲੋਂ ਨਾਅਰੇਬਾਜ਼ੀ ਹੋ ਰਹੀ ਆ, ਨਾਰੀ ਸ਼ਕਤੀ ਜ਼ਿੰਦਾਬਾਦ। ਬੀਬੀਆਂ ਦੇ ਚਿਹਰੇ ਉੱਤੇ ਭਾਵੇਂ ਹਾਸਾ ਹੈਗਾ, ਪਰ ਬੀਬੀਆਂ ਅੰਦਰੋਂ ਬੜੀਆਂ ਦੁਖੀ ਨੇ। ਔਰ ਕਿੰਨੀ ਇੱਕ ਸ਼ਰਮ ਵਾਲੀ ਗੱਲ ਹੈਗੀ ਆ ਕਿ ਗਲੀਆਂ ਨਾਲੀਆਂ ਬਣਾਉਣੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕਾਰਪੋਰੇਸ਼ਨ ਦੀ ਡਿਊਟੀ ਹੁੰਦੀ ਹੈ, ਪਰ ਇਹ ਸਾਰਾ ਕੁਝ ਕਰਾਉਣ ਦੇ ਵਾਸਤੇ ਵੀ ਬੀਬੀਆਂ ਨੂੰ ਸੰਘਰਸ਼ ਕਰਨਾ ਪੈਂਦਾ। ਇਲਾਕੇ ਦੇ ਲੋਕਾਂ ਨੂੰ ਜਦੋਜਹਿਦ ਕਰਨੀ ਪੈਂਦੀ ਆ, ਭੁੱਖ ਹੜਤਾਲ ਕਰਨੀ ਪੈਂਦੀ ਆ। ਸੜਕ ਬਣਾਉਣ ਦੇ ਵਾਸਤੇ ਬੀਬੀਆਂ ਨੂੰ ਜਦੋਜਹਿਦ ਕਰਨੀ ਪੈ ਰਹੀ ਆ, ਔਰ ਨਾਅਰੇਬਾਜ਼ੀ ਹੋ ਰਹੀ ਹੈਗੀ ਆ। ਸੋ ਇੱਕ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈਗੀ ਆ, ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸੜਕ ਬਣਾਉਣ ਦੇ ਵਾਸਤੇ ਵੀ ਜੇ ਆ ਸਾਰਾ ਕੁਝ ਕਰਨਾ ਪਵੇ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਕਿ ਦੇਸ਼ ਦੇ ਹਾਲਾਤ ਕਿਦਾਂ ਦੇ ਹੈਗੇ ਆ। ਇਹ ਹੁਣ ਸੜਕ ਦੀ ਜਿਹੜੀ ਗੱਲ ਹੈਗੀ ਆ, ਮੈਂ ਤੁਹਾਨੂੰ ਉਹ ਦੱਸਣਾ ਚਾਹੂੰਗਾ। ਅਸੀਂ ਡਗਾਣਾ ਰੋਡ ਤੇ ਆਏ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਡਗਾਣਾ ਰੋਡ ਲਫ਼ਜ਼ ਮੈਂ ਬੋਲਿਆ ਹੈਗਾ, ਰੋਡ ਦਾ ਮਤਲਬ ਹੁੰਦਾ ਹੈਗਾ ਸੜਕ। ਹੁਣ ਸੜਕ ਕਿੱਥੇ ਹੈਗੀ ਆ ਉਹ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੜਕ ਹੈ ਕਿੱਥੇ ਆ? ਸਾਡੇ ਕੈਮਰੇ ਵਾਲੇ ਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਗੇ, ਲੱਭਣ ਦੀ ਕੋਸ਼ਿਸ਼ ਪਹਿਲਾਂ ਕਰਾਂਗੇ ਆਪਾਂ ਵੀ ਸੜਕ ਹੈ ਕਿੱਥੇ ਆ। ਦੇਖਿਓ ਤਾਂ ਜੀ ਸੜਕ ਦੀਦੀ ਕਿਤੇ, ਜੇ ਸੜਕ ਕਿਤੇ ਦਿਸ ਪਈ ਤਾਂ ਦਿਖਾ ਦਿਓ ਲੋਕਾਂ ਨੂੰ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਸੜਕ ਹੈਗੀ ਆ। ਉਹਦਾ ਰਾਹ ਆ ਜੀ ਇਹ, ਇੱਥੋਂ ਲੋਕੀ ਲੰਘਦੇ ਆ, ਗੱਡੀਆਂ ਲੰਘਦੀਆਂ, ਤੁਸੀਂ ਦੇਖ ਸਕਦੇ ਆ, ਮੋਟਰਸਾਈਕਲ ਲੰਘ ਰਹੇ ਆ, ਕਾਰਾਂ ਲੰਘ ਰਹੀਆਂ ਨੇ, ਪਰ ਕਾਹਦੇ ਉੱਤੋਂ ਲੰਘ ਰਹੀਆਂ ਨੇ? ਕੀ ਇਹ ਸਾਰਾ ਕੁਝ ਸੜਕ ਦੇ ਉੱਪਰ ਦੀ ਲੰਘ ਰਿਹਾ? ਕੀ ਗੱਡੀਆਂ ਮੋਟਰਸਾਈਕਲ ਸੜਕ ਦੇ ਉੱਪਰ ਦੀ ਲੰਘ ਰਹੇ ਨੇ? ਸੜਕ ਤਾਂ ਹੈ ਹੀ ਨਹੀਂ ਯਾਰ, ਸੜਕ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ ਪਈ। ਆਹ ਤੁਸੀਂ ਦੇਖ ਸਕਦੇ ਆ, ਤੁਹਾਨੂੰ ਰੋੜੇ ਨਜ਼ਰ ਆਉਂਦੇ ਆ। ਆਹ ਦੇਖੋ, ਆਹ ਰੋਡ ਹੈ, ਡਗਾਣਾ ਰੋਡ ਆ ਜੀ। ਆਹ ਰੋਡ ਹੈ। ਮੈਂ ਥੋੜਾ ਜਿਹਾ, ਕਈਆਂ ਨੂੰ ਲੱਗਦਾ ਹੋਊਗਾ ਕਿ ਯਾਰ ਸ਼ਾਇਦ ਡਰਾਮੇਬਾਜ਼ੀ ਹੋ ਰਹੀ ਹੈ, ਮੈਂ ਥੋੜਾ ਜਿਹਾ ਦੂਜੇ ਪਾਸੇ ਨੂੰ ਵੀ ਤੋਰ ਕੇ ਤੁਹਾਨੂੰ ਵਿਖਾ ਦਿੰਦਾ। ਸੜਕ ਲੱਭਿਆ ਨਹੀਂ ਲੱਭਦੀ ਹੈਗੀ, ਸੜਕ ਲੱਭਿਆ ਨਹੀਂ ਲੱਭਦੀ ਹੈਗੀ। ਲਓ ਜੀ ਵੀਰ, ਅੱਗੇ ਕਰਕੇ ਵੀ ਥੋੜਾ ਜਿਹਾ ਦਿਖਾ ਦਿਓ ਕਿਤੇ ਸੜਕ ਦੀਦੀ ਆ। ਜੇ ਕਿਤੇ ਸੜਕ ਦਿਸੀ ਤਾਂ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸੜਕ ਜੇ ਕਿਤੇ ਦਿਸੀ ਤਾਂ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਇਹ ਡਗਾਣਾ ਮੇਨ ਰੋਡ ਹੈਗਾ, ਡਗਾਣੇ ਦਾ, ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਸੜਕ ਕਿਤੇ ਦੀਦੀ ਨਹੀਂ ਹੈਗੀ, ਦੂਰ ਦੂਰ ਤੱਕ ਸੜਕ ਨਹੀਂ ਸਾਨੂੰ ਦੀਦੀ ਹੈਗੀ। ਕਿਤੇ ਕਿਤੇ ਵਿੱਚ ਮਾੜੀ ਮਾੜੀ ਦੀਦੀ ਆ ਉੱਦਾਂ, ਪਰ ਸੜਕ ਨਜ਼ਰ ਨਹੀਂ ਆਉਂਦੀ ਹੈਗੀ। ਮੈਨੂੰ ਤਾਂ ਦਿਸੇ ਨਹੀਂ, ਤੁਸੀਂ ਵੀ ਆਪਣੀਆਂ ਅੱਖਾਂ ਨਾਲ ਵੇਖਿਆ ਹੋਊਗਾ, ਸੜਕ ਨਹੀਂ ਨਜ਼ਰ ਆਉਂਦੀ ਹੈਗੀ, ਸੜਕ ਨਜ਼ਰ ਨਹੀਂ ਆਉਂਦੀ ਹੈਗੀ। ਸੋ ਇੱਥੇ ਬੀਬੀਆਂ ਬੈਠੀਆਂ ਨੇ, ਮਹੱਲੇ ਦੇ ਲੋਕ ਬੈਠੇ ਆ, ਧਰਨਾ ਲਾ ਕੇ ਬੈਠੇ ਆ, ਭੁੱਖ ਹੜਤਾਲ ਰੱਖੀ ਜਾ ਰਹੀ ਹੈਗੀ ਆ। ਉਹ ਭੈਣ ਜੀ ਬੈਠੇ ਨੇ ਗਲ ਦੇ ਵਿੱਚ, ਜਿਨ੍ਹਾਂ ਨੇ ਹਾਰ ਪਾਇਆ ਹੋਇਆ। 24 ਘੰਟੇ ਦੀ ਡਿਊਟੀ ਲੱਗਦੀ ਆ, 24 ਘੰਟੇ ਇੱਕ ਬੀਬੀ ਜਾਂ ਇੱਕ ਬੰਦਾ ਭੁੱਖ ਹੜਤਾਲ ਤੇ ਬਹਿੰਦਾ। 24 ਘੰਟੇ ਦਿਨ ਅਤੇ ਰਾਤ ਭੁੱਖੇ ਜਾ ਰਿਹਾ ਹੈਗਾ, ਸਿਰਫ ਸੜਕ ਬਣਾਉਣ ਦੇ ਵਾਸਤੇ। ਇਹ ਭੁੱਖ ਹੜਤਾਲ ਕੀਤੀ ਜਾ ਰਹੀ ਆ ਸਿਰਫ ਇਸ ਕਰਕੇ ਕਿ ਤੁਸੀਂ ਭਾਈ ਇੱਥੇ ਸੜਕ ਬਣਾ ਦਿਓ। ਆਪਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਹੈਗੇ, ਆਪਾਂ ਉਹਨਾਂ ਨਾਲ ਵੀ ਗੱਲ ਕਰਕੇ ਦੇਖਾਂਗੇ, ਉਹਨਾਂ ਦੇ ਕੋਲੋਂ ਪੁੱਛਾਂਗੇ ਵੀ ਭਾਈ ਤੁਸੀਂ ਇਹ ਕਿੰਨੇ ਦਿਨਾਂ ਤੋਂ ਜਦੋਜਹਿਦ ਕਰ ਰਹੇ ਆ। ਸੜਕ ਲੱਭਿਆ ਨਹੀਂ ਲੱਭਦੀ ਹੈਗੀ, ਸੜਕ ਲੱਭਿਆ ਨਹੀਂ ਲੱਭਦੀ। ਆਪਾਂ ਇੱਥੋਂ ਜਿਹੜੇ ਪ੍ਰਬੰਧਕ ਹੈਗਾ ਵੀਰ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਨਾਅਰੇਬਾਜ਼ੀ ਹੋ ਰਹੀ ਆ ਸੜਕ ਬਣਾਉਣ ਦੇ ਵਾਸਤੇ। ਸਾਡਾ ਹੱਕ ਇੱਥੇ ਰੱਖ, ਇੱਥੇ ਰੱਖ, ਇੱਥੇ ਰੱਖ। ਧੰਨਵਾਦ। ਸੋ ਤੁਸੀਂ ਦੇਖਿਆ, ਸੜਕ ਬਣਾਉਣ ਦੇ ਵਾਸਤੇ ਨਾਅਰੇਬਾਜ਼ੀ ਲੋਕਾਂ ਨੂੰ ਕਰਨੀ ਪੈ ਰਹੀ ਆ। ਸੜਕ ਮੈਂ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ, ਸੜਕ ਤਾਂ ਲੱਭੀ ਨਹੀਂ ਯਾਰ, ਮੈਨੂੰ ਤਾਂ ਸੜਕ ਦੀਦੀ ਨਹੀਂ ਕਿਸੇ ਪਾਸੇ ਵੀ। ਇੱਥੇ ਵੀ ਜਿੱਥੇ ਆ ਧਰਨਾ ਲੱਗਾ ਹੋਇਆ,
ਮੈਂ ਥੋੜਾ ਜਿਹਾ ਤੁਹਾਨੂੰ ਥੱਲੇ ਆ ਜੀ ਜਿੱਥੇ ਆ ਸਾਰੇ ਜਿੱਥੋਂ ਗੱਡੀਆਂ ਲੰਘਦੀਆਂ ਨੇ, ਮੋਟਰਸਾਈਕਲ ਕਾਰਾਂ ਲੰਘਦੇ ਨੇ, ਜਿੱਥੋਂ ਲੋਕ ਲੰਘਦੇ ਹੈਗੇ ਆ, ਮੇਨ ਰੋਡ ਹੈਗਾ ਜੀ। ਆਹ ਸੜਕ ਲੱਭਿਆ ਨਹੀਂ ਲੱਭਦੀ ਹੈਗੀ। ਆਹ ਧਰਨੇ ਤੇ ਜਿਹੜੇ ਸੱਜਣ ਬੈਠੇ ਹੈਗੇ ਆ, ਭੈਣਾਂ ਬੈਠੀਆਂ ਨੇ, ਆਪਾਂ ਇਹਨਾਂ ਨਾਲ ਗੱਲ ਕਰ ਲੈਂਦੇ ਆ। ਭੈਣ ਜੀ ਕਿੰਨੇ ਦਿਨਾਂ ਤੋਂ ਚੱਲਦਾ ਪਿਆ ਧਰਨਾ ਇਹ ਪਿਛਲੇ 1 ਹਫ਼ਤੇ ਤੋਂ ਧਰਨਾ ਲਗਾਤਾਰ ਚੱਲ ਰਿਹਾ ਹੈ। ਕੱਲ ਮੇਰੀ ਵਾਰੀ ਆਈ, ਕੱਲ ਮੈਂ ਇਸ ਧਰਨੇ ਤੇ ਬੈਠੀ। ਅੱਛਾ ਜੀ। ਤੇ ਮੈਂ ਵੀ ਚਾਹੁੰਦੀ ਆ ਕਿ ਇਹ ਰੋਡ ਪੂਰਾ ਕੰਪਲੀਟ ਬਣਿਆ ਜਾਵੇ। ਇੱਕ ਦਿਨ ਤੇ ਇੱਕ ਰਾਤ ਭੁੱਖਣ ਭਾਣੇ ਬਹਿੰਦੇ ਹੋ? ਹਾਂਜੀ, ਟੋਟਲੀ ਭੁੱਖੇ ਰਹਿਣਾ ਪੈਂਦਾ ਹੈ। ਖਾਦਾ ਨਹੀਂ ਕੁਝ ਵੀ? ਨਹੀਂ, ਕੁਝ ਨਹੀਂ, ਨਾ ਕੁਝ ਖਾਣਾ ਨਾ ਕੁਝ ਪੀਣਾ। ਹੁਣ ਤੁਹਾਡਾ ਟਾਈਮ ਹੋ ਗਿਆ ਸਮਾਪਤ ਅੱਜ? ਹਾਂਜੀ, ਅੱਜ ਮੇਰਾ ਟਾਈਮ ਇੱਥੇ ਖਤਮ ਹੁੰਦਾ ਆ ਔਰ ਮੇਰੀ ਜਗ੍ਹਾ ਅੱਜ ਇੱਕ ਹੋਰ ਲੇਡੀ ਬੈਠੂਗੀ ਔਰ ਇਹ ਉਦੋਂ ਤੱਕ ਧਰਨਾ ਚੱਲੂਗਾ ਜਦੋਂ ਤੱਕ ਇਹ ਰੋਡ ਸਟਾਰਟ ਨਹੀਂ ਹੋ ਜਾਂਦਾ ਬਣਨਾ। ਠੀਕ ਆ। ਹੁਣ ਰੋਟੀ ਖਾਓਗੇ ਜਾ ਕੇ? ਹੁਣ ਤੱਕ ਖਾਵਾਂਗੇ। ਤੁਸੀਂ ਦੇਖਿਆ ਜੀ ਭੈਣ ਦੇ ਚਿਹਰੇ ਤੋਂ, ਮੈਨੂੰ ਤਾਂ ਐਂ ਲੱਗਦਾ ਹੈਗਾ ਕਿ ਇਹਨਾਂ ਨੂੰ ਭੁੱਖ ਸਤਾ ਰਹੀ ਆ, ਪਰ ਫਿਰ ਵੀ ਖੁਸ਼ ਨੇ। ਇਹਨਾਂ ਨੂੰ ਲੱਗਦਾ ਹੈਗਾ ਇੱਕ ਜੋਸ਼ ਜਿਹਾ ਵੀ ਹੈਗਾ ਕਿ ਅਸੀਂ ਜਦੋਜਹਿਦ ਕਰ ਰਹੇ ਆ, ਅਸੀਂ ਸੜਕ ਬਣਾਉਣ ਦੇ ਵਾਸਤੇ। ਕੁਝ ਹੋਰ ਵੀਰ ਹੈਗੇ ਨੇ ਪ੍ਰਬੰਧਕ ਜਿਨ੍ਹਾਂ ਨੇ ਸਾਰਾ ਕੁਝ ਅਰੇਂਜ ਕੀਤਾ, ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਵੀਰ ਕੀ ਕਹਿਣਾ ਚਾਹੁੰਦੇ ਹੋ, ਕੌਣ ਜ਼ਿੰਮੇਵਾਰ ਆ ਜਿਹਦੇ ਕਰਕੇ ਸੜਕ ਨਹੀਂ ਬਣ ਰਹੀ? सर मैं ਤੁਹਾਨੂੰ ਸਾਫ਼ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਵੀ ਇਹਦੇ ਲਈ ਨਗਰ ਨਿਗਮ ਪ੍ਰਸ਼ਾਸਨ ਅਧਿਕਾਰੀ ਕਮਿਸ਼ਨਰ ਪਲੱਸ ਸਾਡੇ ਚੁਣੇ ਹੋਏ ਪ੍ਰਤੀਨਿਧੀ ਐਮਸੀ ਹੋ ਗਏ, ਮੇਅਰ ਹੋ ਗਏ ਜਾਂ ਸਾਡੇ ਐਮਐਲਏ ਸਾਹਿਬ ਹੋ ਗਏ। ਕਾਰਨ ਇਹ ਆ, ਪਿਛਲੇ ਦੇਖੋ ਅਸੀਂ 6 ਤਰੀਕ ਨੂੰ ਮੈਮੋਰੈਂਡਮ ਦਿੱਤਾ ਸੀ ਸੰਜੇ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ। ਸਾਰੇ ਮਹੱਲੇ ਨੇ ਕਮਿਟਮੈਂਟ ਕੀਤੀ ਵੀ ਅਸੀਂ ਇੱਕ ਹੋ ਕੇ ਭੁੱਖ ਹੜਤਾਲ ਤੇ ਬੈਠਾਂਗੇ। ਠੀਕ ਹੈ ਜੀ, ਇਹਨਾਂ ਨੂੰ ਬਿਠਾ ਦਿੱਤਾ ਗਿਆ। ਪਰ 6 ਤਰੀਕ ਨੂੰ ਜਦੋਂ ਅਸੀਂ ਮੈਮੋਰੈਂਡਮ ਦਿੱਤਾ, ਅਸੀਂ ਸੋਚਿਆ ਸੀ ਸਰਕਾਰਾਂ ਜਿਹੜੀਆਂ ਜਾਗਣਗੀਆਂ ਤੇ ਸਾਡਾ ਹੱਕ ਜਿਹੜਾ ਉਹ ਸਾਨੂੰ ਦੇਣਗੀਆਂ। ਅਸੀਂ 21 ਤਰੀਕ ਤੱਕ ਵੇਟ ਕੀਤੀ। ਫਿਰ 22 ਤਰੀਕ ਨੂੰ ਦੁਪਹਿਰੋਂ ਬਾਅਦ ਸਾਰੇ ਮਹੱਲੇ ਦੇ ਆਸ਼ੀਰਵਾਦ ਨਾਲ ਇਹਨਾਂ ਨੂੰ ਬਿਠਾਇਆ ਗਿਆ, ਸੰਜੇ ਸ਼ਰਮਾ ਜੀ ਨੂੰ। ਕਾਰਨ ਸਿਰਫ ਇੱਕ ਸੀਗਾ ਕਿ ਜਿਹੜਾ ਸਾਡਾ ਏਕਾ ਆ ਉਹ ਅਸੀਂ ਮਜ਼ਬੂਤ ਕਰ ਲਿਆ ਹੁਣ, ਕਿਉਂਕਿ ਇਹ ਰੋਡ ਜਿਹੜੀ ਹੈ ਇਹ ਮੇਰੇ ਇਕੱਲੇ ਦੀ ਨਹੀਂ ਜਾਂ ਕਿਸੇ ਇੱਕ ਬੰਦੇ ਦੀ ਨਹੀਂ, ਹਰ ਬੰਦੇ ਦੀ ਜ਼ਰੂਰਤ ਹੈ। ਹਰ ਬੰਦਾ ਪ੍ਰਾਪਰਟੀ ਟੈਕਸ ਦੇ ਰਿਹਾ ਹੈ, ਦੁਕਾਨਾਂ ਵਾਲੇ ਦੁਕਾਨ ਟੈਕਸ ਦੇ ਰਹੇ ਨੇ, ਵੱਡੇ ਮਤਲਬ ਕਿ ਸਾਰੇ ਟੈਕਸ ਦਿੱਤੇ ਜਾ ਰਹੇ ਨੇ। ਫਿਰ ਤੁਸੀਂ ਇਹ ਦੇਖੋ ਜੀ, ਦੁਕਾਨਦਾਰਾਂ ਦੀ ਕਮਾਈ ਬਿਲਕੁਲ ਬੰਦ ਹੋ ਗਈ। ਪੱਥਰ ਭੁੜਕ ਕੇ ਵੱਜਦੇ ਨੇ, ਸਾਡੇ ਈਵਨ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ। ਕਈ ਵੇਲੇ ਹੁਣ ਵੀ ਅਸੀਂ ਬੈਠੇ ਆ, ਸਾਡੀ ਭੈਣ ਬੈਠੀ ਆ, ਬੱਠਾ ਨਿਕਲ ਕੇ ਵੱਜਿਆ। ਅਸੀਂ ਇਹ ਸਾਫ਼ ਲਫ਼ਜ਼ਾਂ 'ਚ ਕਹਿਣਾ ਚਾਹੁੰਦੇ ਆ ਵੀ ਸਾਡਾ ਹੱਕ ਹੈ, ਅਸੀਂ ਮੁੱਢਲੀਆਂ ਜਿਹੜੀਆਂ ਸਹੂਲਤਾਂ ਨਗਰ ਨਿਗਮ ਜਾਂ ਸਾਡੇ ਚੁਣੇ ਹੋਏ ਪ੍ਰਤੀਨਿਧੀ ਨੂੰ ਸਾਨੂੰ ਦੇਣੀਆਂ ਚਾਹੀਦੀਆਂ, ਉਹ ਸਾਨੂੰ ਨਹੀਂ ਮਿਲ ਰਹੀਆਂ। ਅਸੀਂ ਆਪਣੇ ਹੱਕ ਵਾਸਤੇ ਬੈਠੇ ਆ, ਆਪਣੀ ਆਵਾਜ਼ ਬੁਲੰਦ ਕਰਨ ਨੂੰ ਬੈਠੇ ਆ। ਅਸੀਂ ਸਾਫ਼ ਲਫ਼ਜ਼ਾਂ 'ਚ ਪ੍ਰਸ਼ਾਸਨ ਤੇ ਚੁਣੇ ਹੋਏ ਪ੍ਰਤੀਨਿਧੀ ਤੇ ਉਹਨਾਂ ਦੀ ਚਾਪਲੂਸੀ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਧਰਨਾ ਜਿਹੜਾ ਹੈ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਲਾਇਆ। ਸਾਨੂੰ ਇਹਦੇ ਵਿੱਚ ਕੋਈ ਪਾਰਟੀ ਨਹੀਂ ਚਾਹੀਦੀ, ਸਾਨੂੰ ਕੰਮ ਚਾਹੀਦਾ। ਸਾਨੂੰ ਇੱਥੇ ਝੂਠਾ ਪ੍ਰਸ਼ਾਸਨ ਆਇਆ, ਨਗਰ ਨਿਗਮ ਦਾ ਵਫਦ ਆ ਕੇ ਸਾਨੂੰ ਇੱਕ ਲਾਰਾ ਲਾ ਗਿਆ, ਇੱਕ ਲੋਲੀਪੌਪ ਦੇ ਗਿਆ ਕਿ ਭਾਈ ਕਿ ਤੁਹਾਡੀ ਜਿਹੜੀ ਇਹ ਰੋਡ ਹੈ ਇਹਦਾ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਉਹ ਵੀ ਐਕਸ਼ਨ ਸਾਹਿਬ ਨੂੰ ਇਦਾਂ ਐਸਸੀ ਸਾਹਿਬ ਪੁੱਛਣ, ਸਰ ਹੋ ਗਿਆ ਪਾਸ? ਜਿਹਨੂੰ ਆਪ ਨੂੰ ਨਹੀਂ ਪਤਾ ਕਿ ਅਜੇ ਪਾਸ ਹੋਇਆ ਨਹੀਂ ਹੋਇਆ, ਸਾਡੇ ਕੋਲ ਵੀਡੀਓ ਨੇ, ਅਸੀਂ ਉਹ ਵੀ ਤੁਹਾਨੂੰ ਸ਼ੇਅਰ ਕਰ ਦਿਆਂਗੇ। ਫਿਰ ਸਾਡੇ ਵੱਲੋਂ ਵਫਦਾ ਭੇਜ ਕੇ ਪਤਾ ਕੀਤਾ ਤਾਂ ਕਹਿੰਦੇ ਜੀ ਅਸੀਂ ਤੁਹਾਨੂੰ ਭੇਜ ਦਿਆਂਗੇ, ਬਟ ਉਹਨਾਂ ਵੱਲੋਂ ਕੋਈ ਅੱਛੇ ਜਵਾਬ ਨਹੀਂ ਦਿੱਤਾ। ਜਿਹੜੇ ਨੋਟੀਫਿਕੇਸ਼ਨ ਕਹਿ ਰਹੇ ਸੀ ਇੱਥੇ ਆ ਕੇ ਕਿ ਨੋਟੀਫਿਕੇਸ਼ਨ ਜਾਰੀ ਕਰਾਂਗੇ ਰੋਡ ਦੀ ਤੇ ਉਹ ਤੁਹਾਨੂੰ ਦੇ ਦਿਆਂਗੇ, ਤੇ ਅਸੀਂ ਵੀ ਇਹ ਸੋਚਿਆ ਸੀ ਵੀ ਅਸੀਂ ਉਸ ਤੋਂ ਬਾਅਦ ਅਗਲੇ ਜਿਹੜਾ ਧਰਨਾ ਹੈ ਭੁੱਖ ਹੜਤਾਲ ਦਾ ਸਾਡਾ ਸਮਾਂ ਆਇਆ ਜਿਹੜਾ ਸੀ ਰੱਖਿਆ ਪ੍ਰੋਟੈਸਟ, ਇਹਦਾ ਅਗਲੀ ਰੂਪਰੇਖਾ ਖਤਮ ਕਰਨ ਦੀ ਤਿਆਰ ਕਰੀਏ। ਬਟ ਇਹਨਾਂ ਅਧਿਕਾਰੀਆਂ ਨੇ, ਪ੍ਰਸ਼ਾਸਨ ਨੇ ਔਰ ਐਮਐਲਏ ਸਾਹਿਬ ਨੇ, ਸਾਰੇ ਜਿੰਨੇ ਪ੍ਰਤੀਨਿਧੀ ਨੇ ਤੇ ਉਹਨਾਂ ਦੇ ਜਿਹੜੇ ਚਮਚੇ ਨੇ, ਗੁਲਾਮ ਨੇ, ਉਹ ਗੁਲਾਮੀ ਦੇ ਅੰਧੇਰੇ ਦੇ ਵਿੱਚ ਹੈ। ਕਿਉਂਕਿ ਐਮਸੀ ਸਾਹਿਬ ਸਾਡੇ ਬਹੁਤ ਚੰਗੇ ਸੀਗੇ, ਸਾਈਨ ਕਰਨ ਨੂੰ, ਕੰਮ ਕਰਵਾਉਣ ਨੂੰ ਨਹੀਂ, ਉਹਨਾਂ ਦੇ ਥੱਲੇ ਝੁਕਣ ਵਾਲੇ ਆ। ਅਸੀਂ ਜਾਗਦੀ ਜ਼ਮੀਰਾਂ ਵਾਲੇ ਕੌਮ ਹੈ, ਸ਼ੇਰ ਕੌਮ ਹੈ, ਪੰਜਾਬੀ ਲੋਕ ਸ਼ੇਰ ਹੈ। ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ, ਇਸ ਲਈ ਅਸੀਂ ਧਰਨੇ ਤੇ ਬੈਠੇ ਹਾਂ। ਜਿਹੜੀ ਨਾਰੀ ਸ਼ਕਤੀ ਦਾ ਸਾਨੂੰ ਸਮਰਥਨ ਮਿਲ ਗਿਆ ਉਹ ਸਾਡੇ ਲਈ ਬਹੁਤ ਵਧੀਆ। ਸਾਡੀਆਂ ਮਾਵਾਂ ਭੈਣਾਂ ਨੇ ਸਾਥ ਦਿੱਤਾ, ਕੱਲ ਜਿਹਦਾ ਭੈਣ ਸੁਖਵਿੰਦਰ ਨੇ ਦਿੱਤਾ। ਉਹਨੇ ਸਾਫ਼ ਲਫ਼ਜ਼ਾਂ 'ਚ ਕਿਹਾ ਜੋ ਮੇਰੇ ਭਰਾ ਸੰਜੇ ਸ਼ਰਮਾ ਨੇ ਕੰਮ ਸਟਾਰਟ ਕੀਤਾ ਹੈ ਇਹ ਸਭ ਦੀ ਜ਼ਰੂਰਤ ਹੈ, ਮੇਰੀ ਇਕੱਲੇ ਦੀ, ਉਹਦੇ ਭਰਾ ਦੀ ਜ਼ਰੂਰਤ ਨਹੀਂ ਹੈ, ਸਾਰੀਆਂ ਮਹਿਲਾ ਦੀ, ਮਾਵਾਂ ਦੀ, ਭੈਣਾਂ ਦੀ। ਕਿਉਂਕਿ ਜਿਹੜੇ ਬੱਟੇ ਆ ਕਈ ਮਾਵਾਂ ਦੇ ਪੁੱਤਾਂ ਦੇ ਗੱਟਿਆਂ 'ਚ ਲੱਗ ਚੁੱਕੇ ਨੇ, ਬਾਹਾਂ ਤੇ ਲੱਗ ਚੁੱਕੇ ਆ। ਇੱਕ ਮਾਂ ਦੇ ਬੱਚੇ ਦੇ ਇੱਥੇ ਜੀ ਐਕਸੀਡੈਂਟ ਹੋਇਆ, ਖੂਨ ਇੱਥੋਂ ਮੁੱਲ ਪਟ ਗਿਆ, ਉਹਦੀ ਵੀਡੀਓ ਵੀ ਸਾਡੇ ਕੋਲ ਹੈ। ਕੁਦਰਤੀ ਹੋ ਗਿਆ, ਅਸੀਂ ਬੈਠੇ ਇੱਥੇ ਮੋਰੇ ਹੋ ਗਿਆ, ਅਸੀਂ ਦਿਖਾਇਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਦੇਖੋ ਕੀ ਹੋ ਰਿਹਾ ਹੈ, ਧੱਕਾ ਹੋ ਰਿਹਾ ਸਾਡੇ ਨਾਲ। ਸਾਡੇ ਜਿਹੜੇ ਹੱਕ ਹੈ, ਮੂਲਭੂਤ ਸੁਵਿਧਾਵਾਂ ਹੈ, ਉਹ ਸਾਡੀਆਂ ਖੋਈਆਂ ਜਾ ਰਹੀਆਂ। ਜਦੋਂ ਇੱਕ ਇਨਸਾਨ ਭੁੱਖ ਹੜਤਾਲ ਤੇ ਬਹਿ ਗਿਆ, ਇੱਕ ਐਮਐਲਏ ਸਾਹਿਬ ਚੁਣੇ ਹੋਏ ਪ੍ਰਤੀਨਿਧੀ ਦਾ ਫਰਜ਼ ਬਣਦਾ ਹੈ ਕਿ ਉਹਨੂੰ ਜਿਤਾਉਣ ਵਾਲੇ ਬੰਦੇ, ਜਿਹੜੇ ਜਿਤਾਉਣ ਵਾਲੇ ਵੋਟਾਂ ਪਾਉਣ ਵਾਲੇ। ਤੁਹਾਡੇ ਇੱਥੋਂ ਐਮਐਲਏ ਕੌਣ ਨੇ? ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ, ਜਿਹੜੇ ਇਸ ਵਕਤ ਕੀ ਕੈਬਨਿਟ ਮੰਤਰੀ ਨੇ, ਉਦਯੋਗ ਮੰਤਰੀ ਨੇ। ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਹੈ, ਸਿਰਫ ਗੱਲ ਇਹ ਹੁੰਦੀ ਹੈ ਕਿ ਜਦੋਂ ਧਰਨਾ ਰੱਖੋ ਗਿਆ, ਇਹ ਇੱਥੇ ਸਾਫ਼ ਲਫ਼ਜ਼ਾਂ 'ਚ ਤੁਸੀਂ ਦਿਖਾ ਸਕਦੇ ਹੋ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਕਰੋ। ਅਸੀਂ ਕੋਈ ਵੀ ਪਾਰਟੀ ਵਾਲੇ ਨਹੀਂ ਹੈਗੇ, ਅਸੀਂ ਖੁੱਲੇ ਕਹਿ ਲਓ ਸ਼ੇਰ ਹਾਂ। ਤੇ ਅਸੀਂ ਇਕੱਠੇ ਆਵਾਜ਼ ਇੱਕ ਕੀਤੀ ਆ ਵੀ ਭਾਈ ਇੱਕ ਝੰਡੇ ਥੱਲੇ ਆ ਗਏ, ਇਹ ਸਾਨੂੰ ਤਾਂ ਚਾਹੀਦਾ ਸਾਡਾ ਹੱਕ।
ਮੂਲ ਮੁਕਤ ਸੁਵਿਧਾਵਾਂ। ਮੈਂ ਜਿਹੜੇ ਸੱਜਣਾ ਸਾਡੇ ਬਾਹਰ ਵਿਦੇਸ਼ਾਂ ਵਿੱਚ ਵੀ ਰਹਿੰਦੇ ਹੈਗੇ ਆ, ਉਹ ਵੀ ਦੇਖਦੇ ਹੋਣਗੇ, ਕਈ ਸੱਜਣਾਂ ਨੂੰ ਐਂ ਲੱਗਦਾ ਹੋਊਗਾ ਕਿ ਅਸੀਂ ਬਾਹਰ ਕੈਨੇਡਾ ਰਹਿੰਦੇ ਆ, ਅਮਰੀਕਾ ਰਹਿੰਦੇ ਆ ਜਾਂ ਇੰਗਲੈਂਡ ਰਹਿੰਦੇ ਹੈਗਾ, ਸਾਡੇ ਉੱਥੇ ਦਾ ਹਾਲਾਤ ਬੜੇ ਵਧੀਆ ਆ ਵੀ ਸਾਨੂੰ 30 ਵਰੇ ਹੋ ਗਏ ਉੱਥੋਂ ਪੰਜਾਬ ਛੱਡ ਕੇ ਆਇਆ ਨੂੰ। ਉਹਨਾਂ ਨੂੰ ਐਂ ਲੱਗਦਾ ਹੋਊਗਾ ਕਈਆਂ ਨੂੰ ਕਿ ਪੰਜਾਬ ਦੇ ਵਿੱਚ ਹਾਲਾਤ ਸਾਡੇ ਜਦੋਂ ਅਸੀਂ ਇੱਥੇ ਹੁੰਦੇ ਸੀਗੇ ਉਦਾਂ ਦੇ ਹੀ ਨਹੀਂ ਹੈਗੇ, ਹੁਣ ਸ਼ਾਇਦ ਬਦਲ ਚੁੱਕੇ ਆ। ਪਰ ਤੁਸੀਂ ਦੇਖਿਆ ਕਿ ਹਾਲਾਤ ਇੱਥੇ ਹਾਲੇ ਵੀ ਇਦਾਂ ਦੇ ਹੀ ਹੈਗੇ ਆ, ਸੜਕਾਂ ਦੇ ਹਾਲਾਤ ਇਦਾਂ ਦੇ ਹੈਗੇ ਆ। ਕਿੰਨੀ ਇੱਕ ਮੈਨੂੰ ਲੱਗਦਾ ਕਿ ਸ਼ਰਮ ਵਾਲੀ ਗੱਲ ਹੈਗੀ ਆ, ਜਿੱਥੇ ਲੋਕ ਆਜ਼ਾਦੀ ਮੰਗਦੇ ਹੈਗੇ ਆ, ਜਿੱਥੇ ਲੋਕ ਸਰਕਾਰਾਂ ਦੇ ਜ਼ੁਲਮਾਂ ਤੋਂ ਸਤਾਏ ਹੋਏ ਆ, ਜਿੱਥੇ ਇੱਥੇ ਬਹੁਤ ਸਾਰੀਆਂ ਕੌਮਾਂ ਭਾਰਤ ਵਿੱਚ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ। ਲੜਾਈ ਕਿੱਥੇ ਹੈਗੀ ਆ? ਔਰ ਇਦਾਂ ਦੇ ਹਾਲਾਤਾਂ ਵਿੱਚ ਵੀ ਇੱਥੇ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਆ ਸੜਕ ਬਣਾਉਣਾ ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਔਰ ਇੱਥੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਦਾਂ ਇਕੱਠੇ ਹੋ ਕੇ ਸੜਕ ਬਣਾਉਣ ਦੇ ਵਾਸਤੇ ਵੀ ਜਦੋਜਹਿਦ ਕਰਨੀ ਪੈ ਰਹੀ ਆ। ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸੋ ਕਿ ਸੜਕ ਕਿੰਨੀ ਦੇਰ ਤੋਂ ਇਦਾਂ ਦੀ ਆ? ਸਰ ਇਹ ਲਗਭਗ 7 ਸਾਲ ਤੋਂ ਉੱਪਰ ਹੋ ਗਿਆ। ਅਸੀਂ 7 ਸਾਲ ਦੇਖ ਲਏ ਆ ਜੀ। 1 ਸਾਲ ਤੋਂ ਕੰਟੀਨਿਊ ਮੈਂ ਹੋ ਗਿਆ ਜਾਂ ਤਿਵਾੜੀ ਜੀ ਹੋ ਗਏ ਜਾਂ ਸੰਜੇ ਜੀ ਹੋ ਗਏ ਜਾਂ ਹੋਰ ਸੱਜਣ ਜਿਹੜੇ ਕਾਫੀ ਨੇ ਮਹੱਲੇ ਵਾਲੇ, ਕਾਫੀ ਵਾਰੀ ਇੱਥੋਂ ਜਾ ਕੇ ਨਗਰ ਨਿਗਮ ਨੂੰ ਵਫਦੇ ਨੂੰ ਮਿਲ ਕੇ ਆਏ, ਉਹਨਾਂ ਨੂੰ ਦੱਸਿਆ, ਉਹਨਾਂ ਵੱਲੋਂ ਸਿਰਫ ਆਸ਼ਵਾਸਨ ਦਿੱਤਾ ਗਿਆ। ਫਿਰ ਜਦੋਂ ਇਹਨਾਂ ਨੇ ਭਾਈ ਸਾਹਿਬ ਸਾਡੇ ਸੰਜੇ ਜੀ ਨੇ ਕਿਹਾ ਕਿ ਯਾਰ ਹੁਣ ਇਦਾਂ ਗੱਲ ਨਹੀਂ ਬਣਨੀ, ਸਾਰੇ ਮਿਲ ਕੇ ਲੜਦੇ ਆ, ਤਾਂ ਇਹਨਾਂ ਨੇ ਅਗਵਾਈ ਦੇ ਵਿੱਚ ਇਹ ਰੱਖਿਆ ਵੀ ਭੁੱਖ ਹੜਤਾਲ ਰੱਖਦੇ ਆ। ਮੈਂ ਕਿਹਾ ਠੀਕ ਆ ਜੀ, ਅਸੀਂ ਸਾਰੇ ਨਾਲ ਆ ਤੁਹਾਡੇ। ਜਦੋਂ ਫਿਰ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਅਸੀਂ ਉਸ ਤੋਂ ਪਹਿਲਾਂ 15 ਦਿਨ ਦਾ ਮੈਮੋਰੈਂਡਮ ਦੇ ਕੇ ਨਾ ਇਹ ਗੱਲ ਕਹੀ ਸੀ ਕਿ ਸਾਨੂੰ ਭੁੱਖ ਹੜਤਾਲ ਤੇ ਬੈਠਣਾ ਨਾ ਪਵੇ। ਇਹਨਾਂ ਨੇ ਸੋਚਿਆ ਕਿ ਇਹ ਸ਼ਾਇਦ ਮਜ਼ਾਕ ਕਰਦੇ ਨੇ, ਇਹ ਬੱਚੇ ਆ ਕੁਝ ਵੀ ਕਰ ਸਕਦੇ ਨੇ, ਇੰਨਾ ਮਾੜਾ ਮੋਟਾ ਗੱਲਾਂ ਲਿਖ ਦਿੰਦੇ ਆ, ਲਿਖਣਾ ਸੌਖਾ ਕਰਨਾ ਔਖਾ। ਪਰ ਇਹਨਾਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਪਤਾ ਸੀ ਕਿ ਇਹ ਜਿਹੜੇ ਸ਼ੇਰ ਕੌਮ ਹੈ ਇਹ ਜਦੋਂ ਇੱਕ ਵਾਰੀ ਲਿਖ ਦਿੰਦੇ ਆ ਫਿਰ ਉਹ ਇਤਿਹਾਸ ਬਣ ਜਾਂਦਾ ਹੈ। ਤੇ ਸਾਡਾ ਲਿਖਿਆ ਹੋਇਆ ਅੱਜ ਇਤਿਹਾਸ ਬਣ ਰਿਹਾ। ਜਿਹੜੀ ਨਾਰੀ ਸ਼ਕਤੀ ਸਾਡੇ ਨਾਲ ਇੱਕ ਭਾਜੀ ਜਿਹੜੇ ਫਿਜ਼ੀਕਲੀ ਹੈਂਡੀਕੈਪ ਸੀ, ਉਹਨਾਂ ਨੇ 24 ਘੰਟੇ ਦਾ ਸਾਥ ਦਿੱਤਾ ਇੱਥੇ ਬੈਠ ਕੇ। ਭਾਜੀ ਤੁਸੀਂ ਸੋਚੋ ਉਸ ਇਨਸਾਨ ਦਾ ਕੀ ਮਤਲਬ ਕੀ ਰੋਲ ਹੈ। ਉਹ 1.5 ਸਾਲ ਹੋ ਗਿਆ ਸੀ ਇਸ ਰੋਡ ਤੇ ਨਹੀਂ ਲੰਘਿਆ, ਉਹਦੀ ਸਕੂਟਰੀ ਸਾਈਕਲ ਜਿਹੜੀ ਆ ਉਹ ਆਪਣੇ ਵੀਲ ਚੇਅਰ ਉਹ ਟੁੱਟ ਗਈ। ਸਰਕਾਰ ਨੇ ਮੈਂ ਜਿਹੜੇ ਵੀਰ ਨੇ ਗੱਲ ਕੀਤੀ ਆ ਕਿ ਉਹ ਵੀਲ ਚੇਅਰ ਵਾਲੇ ਜਿਹੜੇ ਵੀਰ ਹੈਗੇ ਆ ਇੱਥੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਮਾੜਾ ਜਿਹਾ। ਆ ਸੜਕ ਮੇਰੇ ਕੋਲ ਸੜਕ ਬਾਰ-ਬਾਰ ਕਹਿ ਹੁੰਦਾ ਹੈਗਾ ਕਿਉਂਕਿ ਸੜਕ ਹੀ ਉਹਨੂੰ ਕਹਿੰਦੇ ਹੈਗੇ, ਉਹਦਾ ਭਾਵੇਂ ਸੜਕ ਨਜ਼ਰ ਨਹੀਂ ਆਉਂਦੀ ਹੈਗੀ। ਆਹ ਸ਼ਖਸ ਹੈਗੇ ਨੇ ਹੈਂਡੀਕੈਪ ਨੇ ਔਰ ਇਸ ਤਰੀਕੇ ਨਾਲ ਇਹਨਾਂ ਨੇ ਸੜਕ ਤੋਂ ਲੰਘ ਕੇ ਜਾਣਾ ਹੁੰਦਾ ਹੈਗਾ, ਇੱਥੇ ਇਲਾਕੇ 'ਚ ਰਹਿੰਦੇ ਹੈਗੇ ਆ। ਸੋ ਤੁਸੀਂ ਦੱਸੋ ਕਿੱਦਾਂ ਲੰਘ ਕੇ ਜਾਣਗੇ? ਇਹਨਾਂ ਦੀ ਜਿਹੜੀ ਵੀਲ ਚੇਅਰ ਹੈਗੀ ਆ ਇਦਾਂ ਦੇ ਸੜਕ ਇਦਾਂ ਦੇ ਰਾਹ ਦੇ ਵਿੱਚੋਂ ਕਿੱਦਾਂ ਲੰਘ ਕੇ ਜਾਊਗੀ? ਸੜਕ ਲਫ਼ਜ਼ ਮੇਰੇ ਮੂੰਹ 'ਚੋਂ ਬਾਰ-ਬਾਰ ਨਿਕਲ ਹੁੰਦਾ। ਕੀ ਕਹਿਣਾ ਚਾਹੁੰਦੇ ਹੋ ਜੀ? ਕਿੰਨੀਆਂ ਕੁ ਤੰਗੀਆਂ ਨੇ? ਸਰ ਜੀ ਦੇਖੋ 7 ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ ਇੱਥੇ। ਅਸੀਂ ਟੈਕਸ 7 ਸਾਲ ਤੋਂ ਸੜਕ ਬਣੀ ਨਹੀਂ? ਬਣੀ ਨਹੀਂ ਜੀ। ਅਸੀਂ ਇਹ 7 ਸਾਲ ਤੋਂ ਨਹੀਂ ਬਣੀ। ਅਰੋੜਾ ਸਾਹਿਬ ਬਿਆਨ ਵਿੱਚ 13 ਸਾਲ ਤੋਂ ਨਹੀਂ ਬਣੀ। ਇਹ ਅਰੋੜਾ ਸਾਹਿਬ ਕਹਿੰਦੇ ਕਿ 13 ਸਾਲ ਸੜਕ ਨਹੀਂ ਬਣੀ, ਅਜੇ 7 ਸਾਲ ਕਹਿੰਦੇ ਆ। ਜਾਣੀ ਉਹਨਾਂ ਨੂੰ ਇੰਨਾ ਨਹੀਂ ਪਤਾ ਸਾਡੀ ਸੜਕ ਬਣੀ ਕਦੋਂ ਆ, ਜਿਹੜੀ ਬਣੀ ਨਹੀਂ ਕਹਿਣ ਦਾ ਭਾਵ। ਤਾਂ ਇਹਨਾਂ ਨੂੰ ਪੁੱਛੋ ਵੀ ਅਸੀਂ ਟੈਕਸ ਨਹੀਂ ਦਿੰਦੇ, ਰੋਡ ਟੈਕਸ ਨਹੀਂ ਦਿੰਦੇ, ਬਿਜਲੀ ਬਿੱਲ ਨਹੀਂ ਦਿੰਦੇ, ਜਾਂ ਉਸ ਹਾਊਸ ਟੈਕਸ ਨਹੀਂ ਦਿੰਦੇ, ਪ੍ਰਾਪਰਟੀ ਟੈਕਸ ਨਹੀਂ ਦਿੰਦੇ। ਅਸੀਂ ਹਰ ਸਾਲ ਪ੍ਰਾਪਰਟੀ ਟੈਕਸ ਦਿੰਦੇ ਆ। ਸਾਡਾ ਬਾਰਡ ਐਡਾ ਵੱਡਾ ਨਾ, ਜੇ ਮੈਂ 1 ਸਾਲ ਦਾ ਪ੍ਰਾਪਰਟੀ ਟੈਕਸ ਸੀ ਇਸ ਤੇ ਲਾਉਣ ਦਾ ਉਹ ਵੀ 2 ਗੁਣਾ ਪੈਸੇ ਹੋ ਜਾਣੇ ਆ। ਕੀ ਨਹੀਂ ਚਾਹੀਦਾ ਅਸੀਂ ਜੀ। ਤੁਸੀਂ ਦੇਖਿਆ ਕਿ ਕਿੱਦਾਂ ਲੋਕ ਦੁਖੀ ਹੈਗੇ ਨੇ। ਸੰਜੇ ਸ਼ਰਮਾ ਜੀ ਮੇਰੇ ਨਾਲ ਹੈਗੇ, ਆਪਾਂ ਸ਼ਰਮਾ ਜੀ ਨਾਲ ਵੀ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆ। ਸ਼ਰਮਾ ਜੀ, ਮੈਨੂੰ ਇਹੋ ਪਤਾ ਲੱਗਾ ਸੀਗਾ ਕਿ ਸੜਕ ਵਾਸਤੇ ਗ੍ਰਾਂਟ ਤੇ ਸ਼ਾਇਦ ਜਾਰੀ ਹੋ ਚੁੱਕੀ ਆ, ਤੇ ਪਰ ਜੇ ਜਾਰੀ ਹੋ ਚੁੱਕੀ ਆ ਤਾਂ ਫਿਰ ਧਰਨੇ ਲਾਉਣ ਦੀ ਕੀ ਤੁਕ ਰਹਿ ਜਾਂਦੀ ਹੈ? ਦੇਖੋ ਸਰ, ਜਾਰੀ ਹੋ ਚੁੱਕੀ, ਕਈ ਵਾਰੀ ਹੋ ਚੁੱਕੀ ਆ, ਇੱਕ ਵਾਰੀ ਨਹੀਂ। 49 ਤੋਂ 42 ਤੇ ਆਏ, 42 ਤੋਂ 39 ਤੇ ਆਏ। ਠੀਕ ਆ ਜੀ, ਸਾਨੂੰ ਯਕੀਨ ਜਿਹਾ ਨਹੀਂ ਉਹਨਾਂ ਤੇ, ਬਿਲਕੁਲ ਵਿਸ਼ਵਾਸ ਨਾ ਹੈ ਹੀ ਨਹੀਂ ਆ ਵੀ ਕੰਮ ਹੋ ਸਕਦਾ ਆ। ਆਪਾਂ ਕਹਿੰਦੇ ਵੀ ਸਾਨੂੰ ਕੋਈ ਵਰਕ ਆਰਡਰ ਦਿੰਦੇ ਜਾਂ ਕੰਮ ਸਾਡੇ ਹੁੰਦੇ ਸ਼ੁਰੂ ਹੋ ਜਾਂਦਾ ਤੇ ਅਸੀਂ ਭੁੱਖ ਹੜਤਾਲ ਚੱਕ ਲੈਂਦੇ, ਪਰ ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਨਾ ਉਹ ਕਹਿੰਦੇ ਸੀ ਭੇਜਾਂਗੇ, ਅਧਿਕਾਰੀ ਆਊਗਾ ਉਹ ਤੁਹਾਨੂੰ ਦੇ ਕੇ ਜਾਊਗਾ, ਨਾ ਅਧਿਕਾਰੀ ਆਇਆ। ਜਦੋਂ ਅਸੀਂ ਇੱਥੋਂ ਆਪਣੇ ਕਮੇਟੀ ਮੈਂਬਰ ਭੇਜੇ ਆ ਤੇ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਨਹੀਂ ਕੁਝ ਦੇ ਸਕਦੇ, ਤੇ ਅਸੀਂ ਕਿੱਦਾਂ ਸਰ ਯਕੀਨ ਕਰ ਲਈਏ ਵੀ ਕੰਮ ਸ਼ੁਰੂ ਹੋ ਜਾਏਗਾ? ਠੀਕ ਆ। ਅੱਛਾ, ਤੁਹਾਨੂੰ ਯਕੀਨ ਨਹੀਂ ਹੈਗਾ ਤੇ ਹੁਣ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਧਰਨਾ ਲਾ ਕੇ ਬੈਠਿਆ? 7ਵਾਂ ਦਿਨ ਆ ਜੀ। 7 ਦਿਨਾਂ 'ਚ ਕੋਈ ਨਹੀਂ ਆਇਆ ਉਧਰੋਂ? ਨਹੀਂ, ਬਸ ਉਹੀ ਇੱਕ ਦਿਨ ਆਏ ਸੀਗੇ, ਜਦੋਂ 5ਵੇਂ ਦਿਨ ਸੀਗਾ ਉਸ ਦਿਨ ਆਏ ਸੀਗੇ। ਕੀ ਕਹਿੰਦੇ ਸੀਗੇ? ਕੁਝ ਨਹੀਂ, ਉਹ ਕਹਿੰਦੇ ਸੀ ਵੀ ਤੁਹਾਡਾ 42 ਲੱਖ ਰੁਪਏ ਪਾਸ ਹੋ ਗਿਆ ਆ ਤੇ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ। ਕਦੋਂ? ਨਾਲੇ ਇਹ ਵੀ ਇੱਕ ਛੋਟੀ ਗੱਲ ਕਹਿ ਗਏ ਸੀ ਸ਼ਾਇਦ 3 ਮਹੀਨੇ ਲੱਗ ਸਕਦੇ ਆ। ਤੁਹਾਡੀ ਅਰੋੜਾ ਜੀ ਨਾਲ ਗੱਲ ਹੋਈ? ਨਹੀਂ, ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਹੋਈ, ਨਾ ਕੋਈ ਉਹਨਾਂ ਦਾ ਆਇਆ ਆ ਤੇ ਨਾ ਸਾਡੀ ਕੋਈ ਗੱਲ ਹੋਈ ਆ। ਤੁਸੀਂ ਇੱਕ ਵਾਰੀ ਦੇਖ ਲੈਣਾ ਹੀ ਪੁੱਛ ਕੇ। ਉਹ ਜ਼ਰੂਰ ਪੁੱਛਾਂਗੇ ਤੁਹਾਡੇ ਕਿਤੇ ਇੱਕ ਵਾਰੀ ਨਾ, ਜੇ ਕਹਿੰਦੇ ਤਾਂ ਆਪਾਂ ਜ਼ਰੂਰ ਪੁੱਛਾਂਗੇ, ਪਰ ਉਹਨਾਂ ਨੂੰ ਆਪ ਆਉਣਾ ਚਾਹੀਦਾ ਸੀ। ਦੇਖੋ, ਉਹਨਾਂ ਦੇ ਨਾਗਰਿਕ ਬੈਠੇ ਹੋਏ ਆ ਜਿਹਨਾਂ ਨੇ ਉਹਨਾਂ ਨੂੰ ਵੋਟ ਕੀਤੀ ਆ। ਮੈਂ ਤਾਂ ਹੀ ਕਹਿ ਰਿਹਾ ਕਿ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਉਸ ਕੁਰਸੀ ਤੇ ਬਿਠਾਇਆਗਾ, ਤੁਹਾਡਾ ਫਰਜ਼ ਬਣਦਾ, ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ, ਤੁਹਾਡਾ ਹੱਕ ਵੀ ਆ। ਸਰ, ਉਹਨਾਂ ਨੂੰ ਵੀ ਪਤਾ ਹੈ ਵੀ ਸਾਡੇ ਜਿਹੜੇ ਨਾਗਰਿਕ ਆ ਜਿਹਨਾਂ ਨੇ ਸਾਨੂੰ ਵੋਟਾਂ ਪਾਈਆਂ ਉਹ ਭੁੱਖ ਹੜਤਾਲ ਤੇ ਬੈਠੇ ਆ। ਅਸੀਂ ਬੈਠੇ, ਚਲੋ ਸਾਡਾ ਨਹੀਂ ਹੋਇਆ, ਆ ਮਾਵਾਂ ਭੈਣਾਂ ਬੈਠੀਆਂ ਸੀ, ਇਹਨਾਂ ਤੋਂ ਪੁੱਛ ਲੈਂਦੇ ਆ ਕੇ। ਕੁਝ ਕਹਿਣਾ ਚਾਹੁੰਦੇ ਹੋ ਅਰੋੜਾ ਜੀ ਨੂੰ? ਅਰੋੜਾ ਜੀ ਸ਼ਾਇਦ ਤੁਹਾਡੀ ਗੱਲ ਸੁਣਦੇ ਹੋਣ। ਨਹੀਂ, ਆਪਾਂ ਇਹੀ ਕਹਿਣਾ ਚਾਹੁੰਦੇ ਆ ਵੀ ਇੱਥੇ ਆ ਕੇ ਕੰਮ ਸ਼ੁਰੂ ਕਰਾਇਆ ਜਾਵੇ, ਮੁਹੱਲੇ ਨਿਵਾਸੀਆਂ ਨੂੰ ਵਿਸ਼ਵਾਸ ਦਿੱਤਾ ਜਾਵੇ। ਠੀਕ ਹੈ ਜੀ, ਅੱਗੇ ਤੋਂ ਇਦਾਂ ਦਾ ਕੋਈ ਵੀ ਨਹੀਂ ਹੁੰਦਾ। ਜਿਹੜੀਆਂ ਸੜਕਾਂ ਨਾਲੀਆਂ ਗਲੀਆਂ ਟੁੱਟੀਆਂ ਪਈਆਂ ਆ ਉਹਦਾ ਪ੍ਰੋਪਰ ਤਰੀਕਾ ਕੰਮ ਕਰਾਇਆ ਜਾਵੇ। ਬਸ ਆਪਾਂ ਇਹੀ ਕਹਿਣਾ ਚਾਹੁੰਦੇ ਜੀ।
ਅਰੋੜਾ ਜੀ, ਤੁਸੀਂ ਸੁਣਿਆ ਕਿ ਇਹ ਲੋਕ ਚਾਹੁੰਦੇ ਆ ਕਿ ਤੁਸੀਂ ਸਾਡੇ ਹਲਕੇ ਦੇ ਵਿੱਚ ਆਓ ਔਰ ਜਿਹੜੀਆਂ ਸਾਡੀਆਂ ਇਹ ਸੜਕਾਂ ਦੇ ਹਾਲਾਤ ਹੈਗੇ ਨੇ ਇਹਨਾਂ ਨੂੰ ਆ ਕੇ ਸਹੀ ਕਰਵਾ ਜਾਓ। ਭੁੱਖ ਹੜਤਾਲ, ਡਗਾਣਾ ਰੋਡ ਦੀ ਉਸਾਰੀ ਲਈ, ਨਗਰ ਨਿਗਮ ਨੂੰ ਜਗਾਉਣ ਵਾਸਤੇ, ਸੜਕ ਬਣਾਉਣ ਤੱਕ ਲੜੀਵਾਰ ਭੁੱਖ ਹੜਤਾਲ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਕਰੋ, ਅਪੀਲ ਕਰਤਾ ਸ਼੍ਰੀ ਸੰਜੇ ਸ਼ਰਮਾ। ਆਪਾਂ ਇਹਨਾਂ ਨਾਲ ਗੱਲ ਕਰਕੇ ਹਟੇ ਆ। ਸੋ ਬੀਬੀਆਂ ਬੈਠੀਆਂ ਨੇ, ਇਹਨਾਂ ਦੀ ਵਾਰੀ ਸੀਗੀ, ਇਹਨਾਂ ਦੇ ਚਿਹਰੇ ਉੱਤੇ ਪੂਰੀ ਰੌਣਕ ਹੈਗੀ ਆ, ਭਾਵੇਂ ਕਿ ਭੁੱਖ ਲੱਗੀ ਹੋਈ ਆ। 24 ਘੰਟੇ ਇਹਨਾਂ ਨੇ ਅੱਜ ਕੁਝ ਵੀ ਖਾਦਾ ਨਹੀਂ ਹੈਗਾ ਔਰ ਇਹਨਾਂ ਤੋਂ ਬਾਅਦ ਭੈਣ ਜੀ ਅੱਜ ਤੁਹਾਡੀ ਵਾਰੀ ਹੈ। ਹਾਂਜੀ ਸਰ। ਹੁਣ ਖਾਣਾ ਪੀਣਾ ਖਾ ਆਇਓ। ਸਰ ਹਾਂਜੀ ਕੱਲ ਦੁਪਹਿਰ ਨੂੰ 12 ਵਜੇ ਮਿਲਣੀ ਮੁੜ ਕੇ ਰੋਟੀ। ਕੋਈ ਨਹੀਂ ਸਰ, ਆਪਾਂ ਆਪਣੇ ਹੱਕ ਲਈ ਲੜਦੇ ਪਏ ਹਾਂ ਔਰ ਅਸੀਂ ਆਪਣੇ ਹੱਕ ਜਿੱਥੇ ਅਸੀਂ ਤੁਰਨਾ ਫਿਰਨਾ, ਜਿੱਥੇ ਮਤਲਬ ਕਿ ਮਾਮਾ ਭੈਣਾਂ ਵੀ ਜਾਂਦੀਆਂ, ਰੋੜੇ ਵੱਜਦੇ ਆ ਤਾਂ ਕਿੰਨਾ ਬੁਰਾ ਹਾਲ ਆ, ਤਾਂ ਅਸੀਂ ਕਿਉਂ ਨਾ ਆਪਣੇ ਹੱਕ ਲਈ ਲੜ ਸਕੀਏ। ਤਾਂ ਲੜਨ ਦੀ ਹਿੰਮਤ ਪਰਮਾਤਮਾ ਦਿੰਦਾ। ਪੂਰੀ ਜ਼ਰੂਰਤ ਆ ਜੀ। ਹਾਂਜੀ ਸਰ। ਠੀਕ ਆ ਭੈਣ ਜੀ, ਕਾਇਮ ਹੋ? ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ ਕਾਇਮ ਹੋ ਜੀ, ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਸੀਂ ਦੇਖਿਆ ਜੀ, ਚੜ੍ਹਦੀ ਕਲਾ ਵਿੱਚ ਨੇ ਸਾਰੇ। ਸੋ ਅਖੀਰ ਦੇ ਵਿੱਚ ਮੈਂ ਇੱਥੇ ਬੈਠ ਕੇ ਜਿਵੇਂ ਇਹਨਾਂ ਨੇ ਬੇਨਤੀ ਕੀਤੀ ਹੈਗੀ, ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਨਗਰ ਨਿਗਮ ਹੈਗਾ, ਚਾਹੇ ਇੱਥੋਂ ਇਲਾਕੇ ਦੇ ਐਮਐਲਏ ਹੈਗੇ ਨੇ ਸ਼ਾਮ ਸੁੰਦਰ ਅਰੋੜਾ ਜੀ, ਜਾਂ ਹੋਰ ਜਿਹੜੇ ਵੀ ਜ਼ਿੰਮੇਵਾਰ ਲੋਕ ਹੈਗੇ ਨੇ, ਉਹ ਜ਼ਰੂਰ ਇਸ ਪਾਸੇ ਧਿਆਨ ਕਰਨ। ਕਿਉਂਕਿ ਆ ਜਿਹੜੀ ਸੜਕ ਮੈਂ ਬਾਰ-ਬਾਰ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ ਕਿ ਸੜਕ ਇੱਥੇ ਹੈ ਨਹੀਂ, ਇਹ ਰਾਹ ਆ, ਸੜਕ ਇੱਥੇ ਲੱਭਿਆ ਨਹੀਂ ਲੱਭਦੀ ਹੈਗੀ। ਸੋ ਆਸ ਕਰਦੇ ਆ ਕਿ ਸਰਕਾਰਾਂ ਜ਼ਰੂਰ ਇਸ ਪਾਸੇ ਧਿਆਨ ਦੇਣਗੀਆਂ। ਜਿੱਥੇ ਅੱਜ ਲੋਕ ਆਪਣੀ ਇੱਥੇ ਕੌਮਾਂ ਲੜ ਰਹੀਆਂ ਨੇ ਭਾਰਤ ਵਿੱਚ, ਆਪਣੀ ਹੋਂਦ ਦੀ ਲੜਾਈ, ਇੱਥੇ ਬਹੁਤ ਸਾਰੀਆਂ ਕੌਮਾਂ ਇਦਾਂ ਦੀਆਂ ਹੈਗੀਆਂ ਨੇ, ਜਿਵੇਂ ਸਿੱਖ ਕੌਮ ਵੀ ਹੋ ਗਈ, ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਇੱਥੇ ਨਸਲਕੁਸ਼ੀ ਕੀਤੀ ਜਾਂਦੀ ਹੈ ਔਰ ਸਾਡੀ ਜਿਹੜੀ ਆਪਣੀ ਹੋਂਦ ਹੈਗੀ ਆ, ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ। ਕਿੱਥੇ ਉਦਾਂ ਦੀਆਂ ਲੜਾਈਆਂ ਨੇ, ਕਿੱਥੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਨੂੰ ਪੰਜਾਬ ਦੇ ਵਿੱਚ ਆਜ਼ਾਦ ਪੰਜਾਬ ਚਾਹੀਦਾ, ਅਸੀਂ ਭਾਰਤ ਤੋਂ ਮੁਕਤ ਪੰਜਾਬ ਚਾਹੁੰਦੇ ਆ। ਇੱਕ ਪਾਸੇ ਲੋਕ ਉਦਾਂ ਦੀਆਂ ਲੜਾਈਆਂ ਲੜ ਰਹੇ ਨੇ ਔਰ ਇਦਾਂ ਦੇ ਹਾਲਾਤਾਂ ਦੇ ਵਿੱਚ ਇੱਥੇ ਬਹੁਤ ਸਾਰੇ ਲੋਕਾਂ ਨੂੰ ਆਹ ਲੜਾਈਆਂ ਲੜਨੀਆਂ ਪੈ ਰਹੀਆਂ ਨੇ। ਅੱਜ ਦੇ ਯੁੱਗ ਵਿੱਚ ਵੀ, ਯੁੱਗ ਦੇਖੋ ਕਿਹੜਾ ਚੱਲ ਰਿਹਾ ਹੈਗਾ। ਦੇਸ਼ ਨੂੰ 73 ਵਰ੍ਹੇ ਹੋ ਚੁੱਕੇ ਨੇ ਆਜ਼ਾਦ ਹੋਏ ਨੂੰ, ਕਿਹਾ ਜਾਂਦਾ ਹੈ। 73 ਵਰ੍ਹਿਆਂ ਬਾਅਦ ਵੀ ਇੱਥੋਂ ਦੀਆਂ ਸੜਕਾਂ ਦੇ ਆ ਹਾਲਾਤ ਨੇ। 73 ਵਰ੍ਹੇ ਥੋੜੇ ਨਹੀਂ ਹੁੰਦੇ ਹੈਗੇ। ਮੈਨੂੰ ਲੱਗਦਾ ਕਿ ਉਸ ਵੇਲੇ ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੋਊਗਾ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਹੈਗੀਆਂ ਨੇ, ਉਹਨਾਂ ਨੂੰ ਇਦਾਂ ਦੇ ਹਾਲਾਤਾਂ ਵਿੱਚ ਆਪਣੀ ਜ਼ਿੰਦਗੀ ਬਸਰ ਕਰਨੀ ਪਊਗੀ। ਜਿਹੜਾ ਮੁੱਢਲਾ ਕੰਮ ਹੈਗਾ ਸਰਕਾਰਾਂ ਦੇ ਕਰਨ ਵਾਲਾ, ਸਰਕਾਰਾਂ ਕੋਲੋਂ ਉਹੀ ਨਹੀਂ ਹੁੰਦਾ ਹੈਗਾ। ਔਰ ਮੈਂ ਖੁਦ ਇਸ ਰੋਡ ਤੋਂ ਕਈ ਵਾਰ ਲੰਘਦਾ ਹੈਗਾ, ਮੈਨੂੰ ਕਈ ਵਰ੍ਹੇ ਹੋ ਚੁੱਕੇ ਨੇ ਇਹ ਵੇਖਦਿਆਂ ਨੂੰ। ਜਿਵੇਂ ਮਹੱਲੇ ਵਾਲੇ ਨੇ ਵੀ ਦੱਸਿਆ ਕਿ ਕਈ ਵਰ੍ਹੇ ਬੀਤ ਚੁੱਕੇ ਨੇ। ਆ ਸੜਕ ਕਹਿੰਦੇ ਹੈਗੇ ਆਪਾਂ, ਪਰ ਸੜਕ ਹੈ ਨਹੀਂ। ਮੈਂ ਬਾਰ-ਬਾਰ ਇਹ ਗੱਲ ਕਰਦਾ। ਆਸ ਕਰਦੇ ਆ ਕਿ ਸਰਕਾਰਾਂ, ਆਸ ਕਰਦੇ ਆ ਕਿ ਐਮਐਲਏ ਸਾਹਿਬ, ਮੰਤਰੀ ਜ਼ਰੂਰ ਇਸ ਪਾਸੇ ਧਿਆਨ ਦੇਣਗੇ ਔਰ ਆਉਂਦੇ ਦਿਨਾਂ ਵਿੱਚ ਜਦੋਂ ਅਸੀਂ ਦੁਬਾਰਾ ਇੱਥੋਂ ਲੰਘਾਂਗੇ ਤਾਂ ਜ਼ਰੂਰ ਇੱਥੇ ਸਹੀ ਮਾਇਨਿਆਂ ਵਿੱਚ ਸੜਕ ਬਣੀ ਹੋਈ ਨਜ਼ਰ ਆਊਗੀ। ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਇਹਨਾਂ ਦਾ ਕਹਿਣਾ ਹੈਗਾ ਕਿ ਜਿੰਨਾ ਚਿਰ ਸੜਕ ਨਹੀਂ ਬਣਦੀ, ਅਸੀਂ ਇਦਾਂ ਹੀ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਭੁੱਖ ਹੜਤਾਲ ਕਰਦੇ ਰਹਾਂਗੇ। ਆਸ ਕਰਦੇ ਆ ਕਿ ਸਾਰਾ ਕੁਝ ਅੱਜ ਨਹੀਂ ਤੇ ਕੱਲ ਜ਼ਰੂਰ ਠੀਕ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਜੀ।